जाते असीं कैद कर लेना, फड़ लेना। फिर बड़ा खुश होया, उन्होंने इनाम भी दिता इन्हें। ते साध संगत जी ये पता क्यों खुश होया? फिर सोचता सी भाई हुण मैं दो लाला नूं गुरुकियां नूं कैद कर लिया, उन्होंने माता जी नूं भाव उन्होंने परिवार नूं फड़ लिया। जिहदा परिवार फड़िया जाए तो वो आप ही फिर मेरे आके अगे आके झुकेगा, इन्ना मारा आएगा आपे। कई बार पुलिस इस तरह ही करती है, कोई किसी को अपराध हो जाए, बंदा बागी हो जाए, वो परिवार में चक लेंगे भी आपे आएगा परिवार के मोह में। पर वो गुरु गोबिंद सिंह महाराज कलगीधर पातशाह महाराज इन्हां चीज़ों तो मुक्त सन, इन्हां चीज़ों तो मुक्त सन। तो उस वेले इस प्रकार बड़ा खुश होया। इन्हें फिर कहा कि ना जाओ छेती छेती उन्होंने सरहंद लाया। फिर उतों साध संगत जी मरिंडे थाने तो फिर गड्डियां विच पाए ने, बड़े पहरे दे विच साहबजादियां नूं लिजाया जा रहा है सरहंद नूं। ते माता जी नूं पुछदे ने भी आपां हुण कित्थे चलदे आ? माता जी कहंदे ने भी वाहिगुरू दा भाणा हुण उसे नूं पता भी आपां कित्थे चलदे आ। अगे जाते ने उच्चियां उच्चियां अटारियां जिहड़ियां सरहंद दीयां दूरों दिसदियां ने, जिवें किते आनंदगढ़ किले ते अटारियां बणियां सी आनंदपुर साहिब दे विच। इन्हां वो अटारियां जिहड़ियां दिस रहीआं ने ते माता जी नूं बाबा फतेह सिंह जी कहंदे ने, माता जी इदां लगदा है जिवें आनंदपुर साहिब आ गया हुंदा। उत्थे फिर की कहते रहे? माता जी कहते नहीं बच्चों, ये सरहंद दीयां डालियां ने आनंदपुर दे। एक दिसन सरहंद दीयां डालियां आनंदपुर अगे गए सरहंद
ਕੰਧ ਦੇ ਵਿੱਚ ਐਂਟਰ ਹੋਏ, ਉੱਥੇ ਆਸਣ ਕਰ ਦਿੱਤਾ ਬਾਹਰ ਹੀ। ਕਹਿ ਜਾਓ ਸੂਬੇ ਨੂੰ ਪੁੱਛੋ ਵੀ ਕਿੱਥੇ ਆਸਣ ਰੱਖਣਾ, ਕਿੱਥੇ ਕੈਦ ਵਿੱਚ ਰੱਖਣੇ। ਸੂਬੇ ਨੂੰ ਕਹਿੰਦੇ ਨੇ ਜਾ ਕੇ ਬੱਚੇ ਫੜ ਲਿਆਉਂਦੇ ਨੇ, ਮਾਤਾ ਜੀ ਫੜ ਲਿਆਉਂਦੇ ਨੇ, ਦੱਸੋ ਕਿੱਥੇ ਰੱਖਣਾ ਹੈ। ਅੱਗੋਂ ਫਿਰ ਉਹਨੇ ਦੱਸਣਾ ਕੀਤਾ, ਕਹਿੰਦਾ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਓਹੋ, ਕਿੰਨਾ ਜ਼ੁਲਮ ਢਾਇਆ ਉਸ ਮੁਗਲ ਰਾਜ ਨੇ, ਮੁਗਲ ਹਕੂਮਤ ਨੇ। ਠੰਡੇ ਬੁਰਜ, ਠੰਡਾ ਬੁਰਜ ਕੀ ਸੀ? ਤੁਸੀਂ ਪੜ੍ਹੇ ਲਿਖੇ ਬੈਠੇ ਹੋ ਭਾਈ ਸਾਰੇ, ਹੁਣ ਇਤਿਹਾਸ ਆਪਾਂ ਪੜ੍ਹਦੇ ਸੁਣਦੇ ਆ, ਜਿੱਥੇ ਸੂਬਾ ਗਰਮੀ ਦੇ ਦਿਨ ਕੱਟਦਾ ਹੁੰਦਾ ਸੀ, ਉੱਥੇ ਥੱਲੇ ਦੀ ਨਦੀ ਵਹਿੰਦੀ ਸੀ, ਹਵਾ ਜਦੋਂ ਆਉਂਦੀ ਸੀ ਤੇ ਸਾਧ ਸੰਗਤ ਜੀ ਉਹ ਬੁਰਜ ਇਸ ਪ੍ਰਕਾਰ ਨਾਲ ਖੁੱਲਾ ਬਣਿਆ ਹੋਇਆ ਸੀ, ਉੱਪਰ ਉੱਥੇ ਬਹਿੰਦਾ ਸੀ ਕਿ ਜ਼ਹਿਰੀ ਲਾਉਂਦਾ ਸੀ। ਜਿਵੇਂ ਅੱਜ ਕੱਲ ਏਸੀ ਦੀ ਠੰਡ ਹੁੰਦੀ ਹੈ, ਇੰਨੀ ਠੰਡ ਗਰਮੀਆਂ ਦੇ ਵੇਲੇ ਹੋਇਆ ਕਰਦੀ ਸੀ ਉੱਥੇ, ਇਸ ਤਰ੍ਹਾਂ ਬਣਾਇਆ ਸੀ। ਤੇ ਹੁਣ ਪੋਹ ਦੇ ਸਿਆਲ ਦੇ ਦਿਨ ਨੇ, ਅੱਜ ਤੇ ਉਦਾਂ ਹੀ ਕਿੰਨੀ ਠੰਡ ਹੈ, ਤੇ ਇਦੋਂ 10 ਗੁਣਾ ਵੱਧ ਠੰਡ ਉਦੋਂ ਸੀ। ਤੇ ਸਾਧ ਸੰਗਤ ਜੀ ਉਹ ਠੰਡੇ ਬੁਰਜ ਵਿੱਚ ਬੈਠਣਾ ਕਿੰਨਾ ਕਠਿਨ ਸੀ। ਤੇ ਦੋ ਉਮਰਾਂ ਵਿੱਚ ਠੰਡ ਜ਼ਿਆਦਾ ਲੱਗਦੀ ਹੈ, ਇੱਕ ਬਜ਼ੁਰਗ ਅਵਸਥਾ, ਇੱਕ ਛੋਟੇ ਬੱਚਿਆਂ ਨੂੰ। ਦੋ ਉਮਰਾਂ ਵਿੱਚ ਠੰਡ ਲੱਗਦੀ ਤੇ ਦੋਵੇਂ ਹੀ ਉਮਰਾਂ ਨੇ। ਤੇ ਸਾਧ ਸੰਗਤ ਜੀ ਉੱਥੇ ਫਿਰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਤੇ ਮਾਤਾ ਜੀ ਨੂੰ ਪਤਾ ਲੱਗ ਗਿਆ ਇਹਨਾਂ ਦਾ ਹੁਣ ਵੀ ਇਹ ਕੀ ਕਰਨਗੇ ਅੱਗੇ। ਮਾਤਾ ਜੀ ਸਾਰੀ ਰਾਤ ਫਿਰ ਬੱਚਿਆਂ ਨੂੰ ਸਮਝਾਉਂਦੇ ਰਹੇ, ਸਾਖੀਆਂ ਇਤਿਹਾਸ ਸੁਣਾਉਂਦੇ ਰਹੇ ਆਪਣੇ ਵੱਡਿਆਂ ਦਾ। ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਿਤਾ ਜੀ, ਬੱਚਿਆਂ ਦੇ ਦਾਦਾ ਜੀ ਦਾ ਇਤਿਹਾਸ। ਕਹਿੰਦੇ ਪੁੱਤਰੋ, ਤੁਹਾਡੇ ਦਾਦੇ ਨੇ ਇਹ ਮੁਗਲ ਰਾਜ ਦੀ ਹਕੂਮਤ ਦੀ ਈਨ ਨਹੀਂ ਮੰਨੀ, ਆਪਣਾ ਆਪ ਪ੍ਰਮਾਣ ਕਰ ਦਿੱਤਾ। ਵੇਖਿਓ ਕਿਤੇ ਝੁਕ ਨਾ ਜਾਇਓ। ਤੁਹਾਨੂੰ ਲਾਲਚ ਵੀ ਦੇਣਗੇ, ਤੁਹਾਨੂੰ ਡਰਾਉਣਗੇ ਵੀ, ਧਮਕਾਉਣਗੇ ਵੀ, ਪਰ ਤੁਸੀਂ ਈਨ ਨਹੀਂ ਮੰਨਣੀ, ਝੁਕਣਾ ਨਹੀਂ ਇਹਨਾਂ ਅੱਗੇ। ਪਤਾ ਕੀ ਕਹਿੰਦੇ ਰੱਬ? ਕਹਿੰਦੇ ਸਤਵਚਨ ਮਾਤਾ ਜੀ ਠੀਕ ਹੈ, ਪਰ ਇਹਦਾ ਸਾਨੂੰ ਫਲ ਵੀ ਲਾਉਣਗੇ, ਸਾਨੂੰ ਮਾਰਦਾ ਨਹੀਂ ਦੇਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਡਰਾਉਣਗੇ, ਧਮਕਾਉਣਗੇ, ਸਾਨੂੰ ਮਾਰਦੇ ਵੀ ਨਾ ਦੇਣਗੇ। ਇੰਨਾ ਨਿਡਰ ਕੀਤੇ ਹੋਏ ਸੀ ਮਾਤਾ ਜੀ ਨੇ। ਐਸੀਆਂ ਦਾਦੀਆਂ, ਐਸੀਆਂ ਮਾਵਾਂ, ਇਹ ਜੀ ਮਾਂ ਕੇ ਲੱਭਣੀਆਂ ਲੱਖਾਂ ਮਾਵਾਂ ਨੇ ਦੁਨੀਆ ਸੰਸਾਰ ਵਿੱਚ। ਬੇਨਤੀ ਮੈਂ ਕਰਦਾ ਹੁੰਦਾ ਵੀ ਬਾਬਾ, ਆਪਣੇ ਬੱਚਿਆਂ ਲਈ ਚੰਗਾ ਰੋਲ ਨਿਭਾਓ, ਉਹਨਾਂ ਨੂੰ ਸੂਰਮੇ ਬਣਾਓ, ਯੋਧੇ ਬਣਾਓ, ਚੋਰ ਠੱਗ ਲਟੇਰੇ ਨਾ ਬਣਾਓ। ਇਹ ਘਰੋਂ ਹੀ ਸਿੱਖਿਆ ਮਿਲਦੀ। ਛੋਟੀ ਚੋਰੀ ਕਰ ਲਿਆਵੇ ਬੱਚਾ ਤੇ ਮਾਵਾਂ ਛਪਾਉਂਦੀਆਂ ਨੇ, ਕੋਈ ਲਾਂਭਾ ਲੈ ਕੇ ਆ ਜੇ ਉਦੋਂ ਵੀ ਛਪਾਉਂਦੀਆਂ ਨੇ, ਲੜਦੀਆਂ ਨੇ ਉਹਦੇ ਨਾਲ ਬਈ ਸਾਡੇ ਬੱਚੇ ਨੂੰ ਇੰਨਾ ਕਿਉਂ ਕਹਿਣਾ। ਫਿਰ ਅੱਗੋਂ ਜਦੋਂ ਵੱਡਾ ਹੋ ਜਾਂਦਾ ਉਹ ਵੱਡਾ ਚੋਰ ਬਣ ਜਾਂਦਾ ਭਾਈ, ਇਹ ਸਾਡੇ ਤੇ ਡਿਪੈਂਡ ਆ। ਸੋ ਸਾਧ ਸੰਗਤ ਜੀ ਫਿਰ ਦਾਦੇ ਦਾ ਇਤਿਹਾਸ ਤੇ ਦਾਦਿਆਂ ਨੂੰ ਵੀ ਬੇਨਤੀ ਹੋ ਵੀ ਉਹ ਆਪਦਾ ਇਤਿਹਾਸ ਬਣਾਓ, ਉਹ ਵੀ ਕੋਈ ਕੁਰਬਾਨੀ ਕਰੋ ਧਰਮ ਲਈ। ਮਾਲਾ ਪੜ੍ਹ ਕੇ ਨਾਮ ਜਪਿਆ ਕਰੋ। ਹੱਥ ਨੇ ਕੰਚ ਦੀ ਗਲਾਸੀ ਫੜਕਾਉਣੋਂ ਫੜ ਜਾਓ। ਫਿਰ ਸਾਡਾ ਇਤਿਹਾਸ ਇਦਾਂ ਵੀ ਕੀ ਕਹਿੰਦੇ ਸਾਡੇ ਦਾਦਾ ਜੀ ਇੱਕੇ ਸਾਹ ਵਿੱਚ ਇੱਕ ਬੋਤਲ ਪੀ ਜਾਂਦੇ ਤੇ ਉਹ ਇਦਾਂ ਸੁਣਾ ਲੈਂਦੇ ਬਿਲਕੁਲ। ਇਦਾਂ ਦਾ ਇਤਿਹਾਸ ਨਾ ਬਣੇ ਪਿਆਰਿਓ। ਸਾਡੇ ਬੱਚੇ ਸਾਨੂੰ ਯਾਦ ਕਰਨ, ਸਾਡੇ ਪੋਤਰੇ ਐਸਾ ਪੂਰਨਾ ਪਾਓ ਜ਼ਿੰਦਗੀ ਦੇ ਵਿੱਚ। ਦੇਖੋ ਆ ਦਾਦੇ ਦੀ ਕਥਾ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਫੇਰ ਹੀ ਬੱਚਿਆਂ ਵਿੱਚ ਕਿੰਨਾ ਜੋਸ਼ ਆਇਆ। ਅੱਗੋਂ ਕਹਿੰਦੇ ਡਰਾਉਣਗੇ, ਧਮਕਾਉਣਗੇ, ਸਾਨੂੰ ਮਾਰਦੇ ਨਹੀਂ ਦੇਣਗੇ। ਇਹਨਾਂ ਸਪੈਕਟ ਉਹਨਾਂ ਬੱਚਿਆਂ ਵਿੱਚ, ਉਹਨਾਂ ਗੁਰੂ ਕੇ ਲਾਲਾਂ ਵਿੱਚ ਆਪਣੇ ਦਾਦੇ ਤੋਂ, ਆਪਣੀ ਦਾਦੀ ਤੋਂ ਸਿੱਖਿਆ ਲੈ ਕੇ ਇਹੋ ਜਿਹੇ ਬਣੀਏ। ਪਖੰਡੀਆਂ ਦੇ ਪੁਜਾਰੀ ਨਾ ਬਣੋ ਭਾਈ, ਗੁਰੂ ਸ਼ਬਦ ਦੇ ਪੁਜਾਰੀ ਬਣੋ।
ਇਹੋ ਜਿਹੇ ਡੇਰਿਆਂ ਤੇ ਨਾ ਜਾਓ ਜਿੱਥੇ ਸਾਧ ਬੈਠੇ ਬੁੱਕ ਸਿਰਗਟਾਂ ਦਾ ਪੀ ਰਹੇ ਨੇ ਤੇ ਸਾਡੇ ਵਰਗਿਆਂ ਨੂੰ ਥਾਪੀਆਂ ਲਈ ਜਾਂਦੇ ਨੇ। ਆਸ਼ੀਰਵਾਦ ਅਸੀਂ ਉਹਨਾਂ ਦਾ ਨੇ, ਆਹ ਬਾਬੇ ਨੇ, ਇਹ ਬਾਬੇ ਨੇ। ਜਿੱਦੇ ਮਾਂ ਕਹਿੰਦੀ ਪੁੱਤਰਾ ਤੰਬਾਕੂ ਨਾ ਵਰਤੀ, ਉਹ ਫਿਰ ਅੱਗੋਂ ਬੱਚਾ ਕਹਿੰਦੀ ਹੈ ਵੀ ਬੀਬੀ ਆਸ਼ੀਰਵਾਦ ਤਾਂ ਉਹ ਜਿਹੜਾ ਬੁੱਕ ਸਿਰਗਟਾਂ ਦਾ ਪੀਂਦਾ ਸੀ ਉਹਦਾ ਦਵਾ ਕੇ ਲਿਆਈਏ, ਹੁਣ ਮੈਨੂੰ ਕਹਿੰਦੀ ਵੀ ਤੰਬਾਕੂ ਨਾ ਪੀ। ਆਸ਼ੀਰਵਾਦ ਤਾਂ ਉਹਦਾ ਮਿਲਿਆ, ਸੰਗਤ ਤਾਂ ਉੱਥੋਂ। ਸੋ ਛੱਡੋ ਖਹਿੜਾ ਪਿਆਰਿਓ, ਗੁਰੂ ਸ਼ਬਦ ਦੇ ਪੁਜਾਰੀ ਬਣੀਏ। ਦੇਹਧਾਰੀਆਂ ਦਾ ਪਖੰਡੀਆਂ ਦਾ ਖਹਿੜਾ ਛੱਡ ਕੇ ਗੁਰੂ ਬਾਣੇ ਬਣੇ। ਪਿਤਾ ਦਸ਼ਮੇਸ਼ ਵਰਗਾ ਵੀ ਹੈ, ਕੌਣ ਕਰ ਲੋ ਰੀਸਾਂ ਉਹਨਾਂ ਦੀਆਂ। ਕਿਹੜਾ ਕਰੂਗਾ ਤੇਰੀਆਂ ਰੀਸਾਂ, ਕਿਹੜਾ ਬਣ ਜੂ ਇਹਨਾਂ ਬਸ। ਕਹਿਣ ਤੋਂ ਭਾਵ ਹੈ ਜੇ ਦਾਦੀ ਦਾਦੇ ਦਾ ਵਧੀਆ ਜੀਵਨ ਆ ਉਹ ਫਿਰ ਆਪਣੇ ਬੱਚਿਆਂ ਨੂੰ ਅੱਗੇ ਉਹਨਾਂ ਤੋਂ ਸੇਧ ਮਿਲ ਸਕਦੀ ਹੈ। ਪਿਆਰਿਓ, ਇਹੋ ਜਿਹਾ ਜੀਵਨ ਬਣਾਈਏ। ਇਹ ਜੀਵਨ ਗੁਰੂ ਕੀ ਬਾਣੀ ਤੋਂ ਮਿਲਣਾ ਹੈ। ਸੋ ਆਓ, ਮਾਤਾ ਜੀ ਸਾਰੀ ਰਾਤ ਸਮਝਾਉਂਦੇ ਰਹੇ ਬੱਚਿਓ, ਕਿਤੇ ਵੇਖਿਓ ਡੋਲ ਨਾ ਜਾਏ। ਕੀ ਕਹਿੰਦੇ ਨੇ, ਡੋਲ ਨਾ। ਤੇ ਸਾਧ ਸੰਗਤ ਜੀ ਬੱਚੇ ਕਹਿੰਦੇ ਨੇ ਕੋਈ ਨਹੀਂ ਮਾਤਾ ਜੀ ਫਿਕਰ ਨਾ ਕਰੋ। ਮਾਤਾ ਜੀ ਨੂੰ ਇਹ ਨਹੀਂ ਪਤਾ ਵੀ ਜਦੋਂ ਕਚਹਿਰੀ ਲੱਗੇਗੀ ਸੂਬੇ ਦੀ ਤੁਹਾਨੂੰ ਲੈ ਕੇ ਜਾਣਗੇ, ਕਹਿਣਗੇ ਇਸਲਾਮ ਕਰੋ ਬੱਚਿਓ। ਇਸਲਾਮ ਨਹੀਂ ਕਰਨੀ, ਉੱਥੇ ਜਾ ਕੇ ਜਿਹੜਾ ਨਾਰਾ ਆਪਾਂ ਨੂੰ ਮਿਲਿਆ ਗੁਰੂ ਫਤਿਹ ਦਾ, ਕੱਢ ਕੇ ਫਤਿਹ ਬੋਲੋ। ਸਾਰੀ ਸਿੱਖਿਆ ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਟੀ ਚਾਦਰ
ਤੇ ਇਧਰੋਂ ਸਾਰੀ ਕਚਹਿਰੀ ਦੇ ਵਿੱਚ ਸਾਰੇ ਜਿੰਨੇ ਜਰਨੈਲ ਨੇ, ਜਿੰਨੇ ਸੂਬੇ ਨੇ, ਇਹਨੇ ਸਰਹੰਦ ਸਾਰੇ ਬੁਲਾਏ ਹੋਏ ਆ, ਕਚਹਿਰੀ ਵਿੱਚ ਬੈਠੇ ਆ, ਹੋਰ ਵੀ ਲੋਕ ਬੈਠੇ ਨੇ, ਭਾਈ ਗੁਰੂ ਕੇ ਲਾਲ ਆ ਰਹੇ ਨੇ। ਦੇਖਾਂਗੇ ਕੀ ਬਣੇਗਾ। ਤਾਂ ਸਾਧ ਸੰਗਤ ਜੀ ਜਦੋਂ ਗਏ, ਹੁਣ ਸਾਰੇ ਰਾਹ ਜਿਹੜੇ ਸਿਪਾਹੀ ਸੀ ਉਹ ਸਮਝਾਉਂਦੇ ਰਹੇ ਵੀ ਲਾਲੋ ਜਾ ਕੇ ਪਹਿਲਾਂ ਬਾਦਸ਼ਾਹ ਨੂੰ ਸਲਾਮ ਕਰਨੀ ਹੈ, ਸੀਸ ਝੁਕਾਉਣਾ। ਰਸਤੇ 'ਚ ਨਹੀਂ ਬੋਲਦੇ, ਕਹਿੰਦੇ ਵੇਖਾਂਗੇ ਕੋਈ, ਚਲੋ ਲੈ ਕੇ ਤਾਂ ਚੱਲੋ। ਬੜੇ ਹੌਸਲੇ ਬੁਲੰਦ ਨੇ। ਜਦੋਂ ਗਏ ਤੇ ਸਾਰੀ ਸੰਗਤ, ਸਾਧ ਸੰਗਤ ਜੀ ਸਾਰੇ ਬੈਠੇ ਨੇ ਤੇ ਜਾ ਕਰਕੇ ਸਲਾਮ ਕਿਹੜੀ ਕਰਨੀ ਸੀ? ਗੱਜ ਕੇ ਫਤਿਹ ਬੁਲਾਈ। ਕੀ ਕਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਫਤਿਹ। ਦੇਖੋ ਜਿੱਥੇ ਫਤਿਹ ਤੇ ਪਾਬੰਦੀ ਹੈ ਉੱਥੇ ਵੀ ਫਤਿਹ ਬੁਲਾਈ। ਤੇ ਆਪਾਂ ਅੱਜ ਕੱਲ ਕੀ ਹੈ, ਜੋ ਖਾਲਸਾ ਤੁਰਿਆ ਹੁੰਦਾ ਕੋਈ, ਅਸੀਂ ਬਰੇ ਨੂੰ ਕਰ ਜਾਂਦੇ ਹਾਂ। ਕਈ ਮਿਲ ਵੀ ਜਾਈਏ ਇੱਕ ਦੂਜੇ ਨੂੰ, ਕਹਿੰਦਾ ਇਹਨੇ ਪਹਿਲਾਂ ਕਿਉਂ ਨਹੀਂ ਬੁਲਾਇਆ, ਮੈਂ ਕਿ ਬੁਲਾਵਾਂ। ਲੈ ਐਸੇ ਆਕੜ ਜੀ ਫਿਰਦੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਪਹਿਲਾਂ ਬੰਦੇ ਬੁਲਾਏਗਾ ਮੇਰਾ ਮੁਖ ਉਹਦੇ ਵੱਲ ਪਹਿਲਾਂ ਹੋਏਗਾ, ਜਿਹੜਾ ਮਗਰੋਂ ਬੁਲਾਏਗਾ ਉਹਦੇ ਵੱਲ ਥੋੜਾ ਜਿਹਾ ਮੁਖ ਹੋ, ਜਿਹੜਾ ਨਹੀਂ ਬੁਲਾਉਂਦਾ ਉਹਦੇ ਵੱਲ ਸਾਡੀ ਪਿੱਠ ਹੈ, ਉਹਦੇ ਵੱਲ ਨਹੀਂ ਅਸੀਂ ਝਾਕਦੇ। ਸੋ ਮਹਾਰਾਜ ਨੇ ਤਾਂ ਜਿੱਥੇ ਪਾਬੰਦੀ ਲੱਗੀ ਸੀ ਤੇ ਸਾਹਿਬਜ਼ਾਦਿਆਂ ਨੇ ਉੱਥੇ ਵੀ ਗੱਜ ਕੇ ਫਤਿਹ ਬੁਲਾਈ। ਸਾਡੇ ਕੋਈ ਤਲਵਾਰ ਧਰੀ ਹੈ, ਅਸੀਂ ਐਵੇਂ ਨਹੀਂ ਫਤਿਹ ਬੁਲਾਉਂਦੇ। ਸੋ ਗੱਜ ਵੱਜ ਕੇ ਫਤਿਹ ਜੀ ਦੀ ਦੀਵਾਨ ਵਿੱਚ ਫਤਿਹ ਜੀ ਦੀ ਰਸਨਾ ਤੇ ਫਤਿਹ, ਉਹਦੀ ਹਰੇਕ ਮੈਦਾਨ ਵਿੱਚ ਫਤਿਹ, ਹਰ ਮੈਦਾਨ ਫਤਿਹ ਉਹਨਾਂ ਦੀ ਹੁੰਦੀ ਹੈ ਜਿਹੜੇ ਸਾਧ ਸੰਗਤ ਜੀ ਖੁਦ ਫਤਿਹ ਦੇ ਧਾਰਨੀ ਹੋ ਜਾਂਦੇ। ਤੋ ਇਸ ਕਰਕੇ ਫਤਿਹ ਜ਼ਰੂਰ ਗੱਜ ਵੱਜ ਕੇ ਹਰ ਥਾਂ ਤੇ ਬੁਲਾਈਏ। ਤਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ। ਬਸ ਅੱਧੇ ਤਾਂ ਹੀ ਬੋਲਨੇ ਕਰਤੇ, ਐਂ ਨੀਂਗਾ ਪੈ ਗਈ ਉਹਨਾਂ ਨੂੰ। ਭਾਈ ਛੋਟੇ ਛੋਟੇ ਬੱਚੇ ਨੇ, ਇੰਨੇ ਵੱਡੇ ਹੌਸਲੇ, ਇੰਨੇ ਸੂਬੇ ਬੈਠੇ ਨੇ, ਸੰਤਰੀ ਮੰਤਰੀ ਬੈਠੇ ਨੇ, ਦੀਵਾਨ ਬੈਠੇ ਨੇ, ਜਿਹੜੇ ਵਜ਼ੀਰ ਬੈਠੇ ਨੇ, ਇਹ ਕਿਸੇ ਤੋਂ ਨਹੀਂ ਚਿੱਠੇ। ਪਹਿਲੇ ਦਿਨ ਫਿਰ ਪਿਆਰ ਦੇ ਨਾਲ ਸਮਝਾਇਆ, ਕਹਿੰਦੇ ਤੁਹਾਨੂੰ ਬੇਗਮਾਂ ਦੇ ਜੋੜੇ ਦਿੱਤੇ ਜਾਣਗੇ, ਮਾਇਆ ਦਿੱਤੀ ਜਾਏਗੀ। ਬੱਚਿਓ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ, ਤੁਸੀਂ ਈਨ ਮੰਨ ਜਾਓ, ਕੁਛ ਨਹੀਂ ਕਰਨਾ। ਇਸਲਾਮ ਧਰਮ ਵਿੱਚ ਆ ਜਾਓ। ਪਰ ਜਦੋਂ ਤੁਸੀਂ ਆ ਗਏ, ਇਹਨਾਂ ਦੀ ਸੋਚ ਇਹ ਸੀ, ਬੱਚੇ ਆ ਗਏ ਤੇ ਆਪੇ ਹੀ ਸਾਰਾ ਖਾਲਸਾ ਪੰਥ ਆਏਗਾ। ਵੀ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਹੀ ਬਣ ਗਏ, ਫਿਰ ਪਿੱਛੇ ਕੌਣ ਰਹਿ ਗਿਆ? ਤੇ ਸਾਧ ਸੰਗਤ ਜੀ ਪਿਆਰ ਨਾਲ ਸਮਝਾਇਆ। ਹੁਣ ਸਾਰਾ ਗਿਆਨ ਸੀ ਬੱਚਿਆਂ ਨੂੰ। ਉਹ ਕਹਿੰਦੇ ਸੂਬਿਆ ਆ ਜਿਹੜੀ ਮਾਇਆ ਖਜ਼ਾਨੇ ਦੀ ਗੱਲ ਕਰਦਾ ਨਾ ਤੂੰ, ਇਹਦਾ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਲੋੜ ਆਏ ਆ ਖਜ਼ਾਨਾ ਦਾ। ਜਿਹੜੇ ਮਹਿਲ ਮਨਾਰਿਆਂ ਦੀ ਗੱਲ ਕਰਦਾ ਹੈ ਤੇ ਅਨੰਦਪੁਰ ਸਾਹਿਬ ਦੇ ਵਿੱਚ ਸਾਡੇ 5 ਕਿਲੇ ਵੱਡੇ ਵੱਡੇ ਬਣੇ ਹੋਏ ਸੀ, ਅਸੀਂ ਛੱਡ ਆਏ, ਤਿਆਗ ਦਾ ਸਭ ਕੁਝ। ਤੇ ਬੇਗਮਾਂ ਦੀ ਗੱਲ ਕਰਦਾ ਤੇ ਉਹ ਤਾਂ ਸਾਡੀ ਹਜੇ ਉਮਰ ਹੀ ਨਹੀਂ ਹੋਈ। ਉਮਰ ਦੇ ਵੇਲੇ ਉਹਨਾਂ ਨੂੰ ਵੀ ਵਿਆਹਾਂਗੇ, ਵੱਡੇ ਹੋ ਜੀ ਵਿਆਹਾਂਗੇ, ਕੋਈ ਸਮਾਂ ਆਉਣ ਤੇ ਇਹ ਨਹੀਂ ਗੱਲ ਹੈ। ਤਾਂ ਸਾਧ ਸੰਗਤ ਜੀ ਜਦੋਂ ਇੰਨਾ ਜਵਾਬ ਦਿੰਦੇ ਤੇ ਸਾਰਿਆਂ ਦੀਆਂ ਫੇਰ ਨੀਂਦਾਂ ਪੈ ਗਈਆਂ। ਕਹਿੰਦੇ ਇਦਾਂ ਮੰਨਣ ਵਾਲੇ ਤਾਂ ਨਹੀਂ ਹੈ। ਸੋਚਾ ਮੰਨ ਕੇ ਨਾ ਤੁਹਾਡੇ ਪਿਤਾ ਨੂੰ ਫੜ ਲਿਆ, ਤੁਹਾਡੇ ਪਿਤਾ ਨੂੰ ਫੜ ਕੇ ਕਤਲ ਕਰ ਦਿੱਤਾ। ਤਾਂ ਸਾਧ ਸੰਗਤ ਜੀ ਉਹ ਇੱਕ ਖੂਨ ਪਾਈ ਫਿਰ ਬੋਤਲ ਦੇ ਵਿੱਚ, ਕਹਿੰਦੇ ਆਹ ਵੇਖੋ ਤੁਹਾਡੇ ਪਿਤਾ ਦਾ ਖੂਨ। ਫਤਿਹ ਸਿੰਘ ਨੇ ਗੱਜ ਕੇ ਕਿਹਾ, ਕਹਿੰਦਾ ਇਹੋ ਜਿਹੀ ਕੋਈ ਤਲਵਾਰ ਨਹੀਂ ਬਣੀ ਜਿਹੜੀ ਮੇਰੇ ਪਿਤਾ ਨੂੰ ਕਤਲ ਕਰ ਸਕੇ। ਇਹੋ ਜਿਹੀ ਤਾਂ ਕੋਈ ਤਲਵਾਰ ਨਹੀਂ ਬਣੀ। ਤੇ ਰਹੀ ਗੱਲ ਖੂਨ ਦੀ, ਜੇ ਮੇਰੇ ਪਿਤਾ ਦਾ ਖੂਨ ਇਹ ਬੋਤਲ 'ਚ ਵੀ ਹੁੰਦਾ ਤੇ ਤੁਹਾਡੀ ਬੋਤਲ ਹੀ ਫਟ ਜਾਣੀ ਸੀ। ਕਲਗੀਧਰ ਦਾ ਖੂਨ, ਸਾਡੇ ਪਿਤਾ ਗੁਰੂ ਦਾ ਖੂਨ ਨਹੀਂ। ਉਹ ਝੂਠੇ, ਉਹ ਝੂਠ ਬੋਲਦੇ ਹੋ। ਤੁਹਾਡੇ ਭਰਾਵਾਂ ਨੂੰ ਸ਼ਹੀਦ ਕਰ ਦਿੱਤਾ, ਤੁਹਾਡਾ ਵੀ ਇਹੀ ਅਸਰ ਹੋਣਾ। ਫਿਰ ਡਰਾਉਣ ਲੱਗੇ। ਇੱਥੇ ਬਸ ਨਹੀਂ, ਡਾਕਟਰ ਗੰਡਾ ਸਿੰਘ ਨੇ ਲਿਖਿਆ, ਕਹਿੰਦੇ ਵੀ ਸਾਹਿਬਜ਼ਾਦਿਆਂ ਨੂੰ ਉਸ ਦਿਨ ਫਿਰ ਤੂਤ ਦੀਆਂ ਛੜੀਆਂ ਲੱਗੀਆਂ ਗਈਆਂ,
शरीर तन जेड़े सी चोले लहा के मारिया गया, कुटिया भी गया, तूत दीआं छड़ियां नाल ढील पै गई। उन्हां जालमां बड़ियों कोई हद नहीं रही जुल्म करन दी, इदां दा भी समां ते साध संगत जी चले गए। माता जी पुछदे बच्चेओ की बनिया? माता जी नूं दसदे, माता जी इदां इदां कहंदे सी। फतेह सिंह ने मैं गज गज के जवाब दिते, सब दीआं नींदियां पै गईयां। इदां ते साध संगत जी फिर 12 पोह की कचहरी दूजे दिन फिर सिपाही लैण आए। फिर जदों आए आसे पासे हुण अज की होया, अज जिहड़ा वड्डा गेट सी ना उहदा दरवाजा वो बंद कर दिता, छोटी बारी खोलती। कहते कल दे झुके नहीं, अज तरीके नाल झुकावांगे। जदों छोटी बारी दे विच भी इदां नीवां सिर करके लंघणगे ते आपां रौला पा देना भी इन्हां ने सीस झुका देना। ते जदों वो दरवाजे कोले गए ते साध संगत जी उस वेले दोवां ने आपस में शैंत मिलाई। पता लग गया भी झुकाउणा चाहुंदे ने ते झुकांगे क्यों। सारे रड़ीक विच बैठे ने भी बच्चियां दा सीस झुकेगा, लालां दा सीस झुकेगा ते आपां रौला पा देना भी झुक गए। इदां सारे वेख रहे टिक लगा के। ते गुरु के लाला ने साध संगत जी पहला अपने चरण कड्ढे, पहला सारियां नूं जुत्तियां दिस गईयां ते सारे फिर उन्हां जुत्तियां ने गुरु के लाला ने चरणां अगे झुक के नीवियां पै गए। इन्नी मत छोटियां छोटियां उमरां विच कोई आम लाल थोड़ा सा, वो गुरु के लाल सी। ते साध संगत जी उस वेले फिर अज फिर जिहड़ी कचहरी लगी है, लगी सूबे दी कचहरी चारे पासे